ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਵਾਜ। ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਏ ਮਤ ਤੇਰੀ ਥਿਰ ਰਹੈ, ਤਾਂ ਭਰਮ ਵਿੱਚੋਂ ਜਾਏ। ਨਾ ਕਾਂਸ਼ੀ ਮਤ ਉਪਜੈ, ਨਾ ਕਾਂਸ਼ੀ ਮਤ ਜਾਏ। ਸਤਿਗੁਰ ਮਿਲਿਆ ਮਤ ਉਪਜੈ, ਤਾਹੇ ਸੋਝੀ ਪਾਏ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਿ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਪੰਡਤ ਸੂਰ ਛਤਰਪਤ ਰਾਜਾ ਭਗਤ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਸਤਿਗੁਰਾਂ ਦਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਸਿੱਖ ਸੰਗਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ਼ਹੀਦਾਂ 18 ਦੀ ਧਰਤੀ ਤੇ
15वें महान सालाना गुरमत समागम अंदर हाजरियां भर रहे हो और धन धन गुरु तेग बहादुर साहब महाराज उन्हां दे पावन पवित्र प्रकाश दिहाड़े नूं समर्पित ये गुरमुख समागमां दा प्रबंध किया गया। संत बाबा गुरपाल सिंह जी समुचिया संगतां दे सहयोग दे नाल ये समागम चल रहे हैं। साडे तो पहला काफ़ी बुलारियां पासों आप जियां ने गुरमत दियां विचारां सरवण कीतियां हन। बहुत ही सत्कारयोग ज्ञानी जगचानन सिंह जी गुरमत दियां बहुत सोहणियां विचारां आप जी नूं सरवण करा रहे सी। सो आओ सब तो पहला फतेह दी सांझ पाईए। मुख रसना पवित्र करो, फतेह बुलाओ। वाहिगुरू जी का खालसा, वाहिगुरू जी की फतेह। अज इतिहास के अंदर धन 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 भगत रविदास साहब जी उन्हां दा पावन पवित्र प्रकाश दिन है। सो आओ जितना समा आपां नूं प्राप्त होया आपां भगतां नूं नमस्कार करिए। धन धन गुरु ग्रंथ साहिब महाराज जी की पावन पवित्र गुरबाणी 15 भगतां दी पावन गुरबाणी गुरु ग्रंथ साहिब महाराज जी विच दर्ज है, जिन्हां विचों भगत रविदास जी दे 40 शब्द 16 रागां दे विच दर्ज हन। समा थोड़ा है, आपां बहुता लाभ प्राप्त करना है। भगत शब्द सतयुग दे समय तो प्रचलित है, जो इतिहास अंदर पढ़ते हैं। सतयुग दे विच भगत प्रहलाद जी होए, उस तो बाद फिर दुआपर दे विच भगत होए ते कलयुग दे विच भगत होए। भगत 3 शब्दां दा जोड़ है, भब्बा गग्गा ते तत्ता। भब्बा भगती, गग्गा ज्ञान ते तत्ता त्याग। महाराज सच्चे पातशाह बचन करदे बाणी दे अंदर, पंडित सूर छत्र पत राजा, भगत बराबर और ना कोई। 3 लोकां दा जिक्र कीता है। पंडित दा अर्थ है विद्वान, दूसरा सूरमा, तीजा छत्रपति बादशाह। ये तिन्ने होण, विद्वान होवे, सूरमा होवे ते छत्रपति होवे बादशाह। ये तिन्ने भगत दी बराबरी नहीं कर सकते हैं। इन्हां सारियां तो जे कोई सिरमौर है वो है भगत, जिन्हां नूं दुनिया ने संसार ने नीच किया, नीच कह के दुरकारण दा यतन कीता। धन गुरु अर्जन देव महाराज कहंदे उन्हां नीच घराणे विच पैदा होए भगतां ने अकाल पुरख परमेश्वर दा सिमरन कीता ते उत्तम पदवी प्राप्त कीती। नीच जात हर जपतियां उत्तम पदवी पाए। अकाल पुरख परमेश्वर दे घर प्रवान होए, उत्तम दर्जा उन्हां नूं प्राप्त होया। परमात्मा अकाल पुरख अपने प्यारियां नूं भगतां नूं सिमरन दे द्वारा दुनिया अंदर संसार अंदर प्रगट कर दिंदा। हर का भगत प्रगट नहीं छपै, हर की भगत मुगत बहु करे, नानक जन संग कीते तरे।
ਜਿਨ੍ਹਾਂ ਜਿਨ੍ਹਾਂ ਨੇ ਭਗਤੀ ਕੀਤੀ, ਮਾਲਕ ਦੇ ਗੁਣ ਗਾਏ, ਉਹਨਾਂ ਨੂੰ ਉੱਤਮ ਦਰਜਾ ਪ੍ਰਾਪਤ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤਾਂ ਦੇ ਪਰਥਾਏ ਇੱਕ ਸ਼ਬਦ ਆਸਾ ਰਾਗ ਦੇ ਅੰਦਰ ਦਰਜ ਕੀਤਾ, ਉਚਾਰਨ ਕੀਤਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਦੁਨੀਆ ਸੰਸਾਰ ਕਹਿੰਦਾ ਸੀ ਨਾਮਦੇਵ ਸ਼ੀਂਬਾ ਹੈ ਅੱਧੀ ਕੌਡੀ ਦਾ, ਇਹਨੂੰ ਭਗਵਾਨ ਪਰਮੇਸ਼ਰ ਅਕਾਲ ਪੁਰਖ ਕਿਵੇਂ ਮਿਲ ਸਕਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦਾ ਨਾਮ ਜਪਿਆ, ਬੰਦਗੀ ਕੀਤੀ, ਤੇ ਉਹ ਨਾਮਦੇਵ ਸ਼ੀਂਬਾ ਲੱਖਾਂ ਦਾ ਬਣ ਗਿਆ, ਭਾਵ ਕੀਮਤੀ ਬਣ ਗਿਆ। ਉਹਦੇ ਵਿੱਚ ਵੀ ਅਕਾਲ ਪੁਰਖ ਪਰਮੇਸ਼ਰ ਵਾਲੇ ਗੁਣ ਆਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਕਬੀਰ ਜੀ ਨੂੰ ਦੁਨੀਆ ਸੰਸਾਰ ਨੀਚ ਕਹਿੰਦੀ ਸੀ, ਜਲਾਹੇ ਜਾਤੀ ਦੇ ਵਿੱਚ ਪੈਦਾ ਹੋਇਆ ਕਿ ਜਲਾਇਆ ਨੂੰ ਵੀ ਰੱਬ ਮਿਲ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਕਬੀਰ ਜੀ ਨੇ ਅਕਾਲ ਪੁਰਖ ਦਾ ਨਾਮ ਜਪਿਆ। ਉਹ ਕਬੀਰ ਜਿਹਨੂੰ ਲੋਕੀ ਮਜ਼ਾਕ ਕਰਦੇ ਸਨ, ਨਾਮ ਜਪ ਕੇ ਭਗਤ ਕਬੀਰ ਗੁਣਾਂ ਦਾ ਖਜ਼ਾਨਾ ਬਣ ਗਿਆ। ਤੀਜਾ ਬਚਨ ਆਇਆ ਰਵਿਦਾਸ ਧਵੰਤਾ, ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਮਰੇ ਹੋਏ ਪਸ਼ੂ ਢੋਂਦਾ ਸੀ, ਪਰ ਐਸੀ ਅਕਾਲ ਪੁਰਖ ਦੀ ਪਰਮੇਸ਼ਰ ਦੀ ਕਿਰਪਾ ਹੋਈ, ਮੋਹ ਮਮਤਾ ਤੋਂ ਨਿਰਲੇਪ ਰਹਿ ਕੇ ਅਕਾਲ ਪੁਰਖ ਦਾ ਨਾਮ ਜਪਿਆ। ਔਰ ਭਗਤ ਰਵਿਦਾਸ ਜੀ ਦੀ ਜੁਗਾਂ ਜੁਗੰਤਰਾਂ ਤੱਕ ਸੋਭਾ ਹੋ ਰਹੀ ਹੈ। ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਲਿਖਦੇ ਹਨ, ਪਾਣਾ ਗੰਢੈ ਰਾਹ ਵਿੱਚ ਕੁਲਾ ਧਰਮ, ਢੋਏ ਢੋਰ ਸਮੇਟਾ। ਪਿਤਾ ਪੁਰਖੀ ਕਿੱਤਾ ਕਰਦੇ ਸਨ, ਮਰੇ ਹੋਏ ਪਸ਼ੂ ਢੋਣੇ, ਜੁੱਤੀਆਂ ਆਦਿ ਗੰਢਣੀਆਂ, ਇਹ ਕਰਮ ਕਰਨਾ। ਪਰ ਇਸ ਤਰ੍ਹਾਂ ਸੀ ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਮੈਲੇ ਕੁਚੈਲੇ ਕੱਪੜੇ ਹੋਣ ਤੇ ਉਹਨਾਂ ਦੇ ਵਿੱਚ ਲਾਲ ਨੂੰ ਲਪੇਟ ਦਿੱਤਾ ਜਾਏ। ਜੇ ਮੈਲੇ ਕੱਪੜਿਆਂ ਦੇ ਅੰਦਰ ਲਾਲ ਨੂੰ ਲਪੇਟ ਦਈਏ, ਉਹਦੇ ਅੰਦਰ ਬੰਦ ਕਰ ਦਿੱਤਾ ਜਾਏ, ਤਾਂ ਲਾਲ ਦੀ ਕੀਮਤ ਨਹੀਂ ਘਟਦੀ ਹੈ। ਕੱਪੜੇ ਭਾਵੇਂ ਮੈਲੇ ਕੁਚੈਲੇ ਹੋਣ, ਪਰ ਜਿਹੜੀ ਲਾਲ ਦੀ ਕੀਮਤ ਹੈ ਉਹ ਉਹੀ ਰਹੇਗੀ। ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਕਹਿੰਦੇ ਇਸ ਤਰ੍ਹਾਂ ਸੀ ਭਗਤ ਰਵਿਦਾਸ, ਜਿਵੇਂ ਮੈਲੇ ਕੱਪੜਿਆਂ ਦੇ ਵਿੱਚ ਹੀਰਾ ਲਪੇਟਿਆ ਹੋਵੇ। ਸਰੀਰ ਕਰਕੇ ਭਾਵੇਂ ਉਹਨਾਂ ਦੇ ਕੱਪੜੇ ਮੈਲੇ ਸਨ, ਪਰ ਅਕਾਲ ਪੁਰਖ ਦੀ ਬੰਦਗੀ ਕਰਕੇ ਅਕਾਲ ਪੁਰਖ ਪਰਮੇਸ਼ਰ ਵਿੱਚ ਅਭੇਦ ਹੋ ਗਏ। ਰਵਿਦਾਸ ਧਵੰਤਾ, ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਮਾਤਮਾ ਅਕਾਲ ਪੁਰਖ ਨੇ ਸੋਚਿਆ ਕਿ ਮੇਰਾ ਭਗਤ ਗਰੀਬੀ ਦੇ ਨਾਲ ਘੁਲ ਰਿਹਾ, ਤਾਂ ਪ੍ਰਮਾਤਮਾ ਅਕਾਲ ਪੁਰਖ ਨੇ ਸਾਧੂ ਦਾ ਰੂਪ ਬਣਾਇਆ ਤੇ ਰਵਿਦਾਸ ਜੀ ਦੇ ਘਰ ਆ ਗਏ, ਜਲ ਪਾਣੀ ਛਕਿਆ। ਉਸ ਤੋਂ ਬਾਅਦ ਇੱਕ ਪਾਰਸ ਦੇ ਦਿੱਤਾ। ਪਾਰਸ ਦੇ ਕੇ ਕਹਿਣ ਲੱਗੇ, ਰਵਿਦਾਸ ਜਿਸ ਵੀ ਲੋਹੇ ਦੀ ਚੀਜ਼ ਨੂੰ ਲਾ ਦਿਆ ਕਰੇਗਾ, ਸੋਨਾ ਬਣ ਜਾਇਆ ਕਰੇਗੀ। ਪਾਰਸ ਦੇ ਕੇ ਚਲੇ ਗਏ। 13 ਮਹੀਨੇ ਲੰਘ ਗਏ, 1 ਸਾਲ ਤੇ 1 ਮਹੀਨਾ ਵਾਪਸ ਆਏ।
ਜਦੋਂ ਆ ਕੇ ਰਵਿਦਾਸ ਜੀ ਨੂੰ ਪੁੱਛਿਆ, ਭਗਤ ਜੀ ਤੁਹਾਨੂੰ ਪਾਰਸ ਦੇ ਕੇ ਗਏ ਸੀ ਤੇ ਤੁਸੀਂ ਤਾਂ ਉਹਨੂੰ ਵਰਤਿਆ ਨਹੀਂ, ਧਨ ਪਦਾਰਥ ਕੋਈ ਕਿੱਥੇ ਹੈ ਪਾਰਸ? ਤੇ ਭਗਤ ਰਵਿਦਾਸ ਜੀ ਕਹਿਣ ਲੱਗੇ, ਉਹ ਪੱਥਰ ਦਾ ਟੁਕੜਾ ਉਹ ਪਿਆ ਛਪਰੀ ਦੇ ਅੰਦਰ। ਤਾਂ ਉਹ ਸਾਧੂ ਦਾ ਮਹਾਤਮਾ ਦਾ ਰੂਪ ਧਾਰਨ ਕੀਤਾ। ਪਰਮਾਤਮਾ ਆਪ ਕਹਿਣ ਲੱਗਿਆ, ਰਵਿਦਾਸ ਇਹ ਬੜਾ ਕੀਮਤੀ ਹੈ, ਤੈਨੂੰ ਇਹਦੀ ਕੀਮਤ ਦਾ ਨਹੀਂ ਪਤਾ। ਰਾਤ ਦੇ ਨਾਲ ਲਾ ਦਿੱਤਾ ਗਿਆ, ਸੋਨਾ ਬਣ ਗਈ। ਭਗਤ ਰਵਿਦਾਸ ਜੁੱਤੀ ਗੰਢਣ ਲੱਗੇ ਤਾਂ ਉਹ ਜਦੋਂ ਸੂਈ ਦੁਆਰਾ ਕੱਢਣ ਦਾ ਯਤਨ ਕੀਤਾ, ਸੋਨੇ ਦੀ ਸੂਈ ਕਿੱਥੇ ਜੁੱਤੀ ਗੰਢਦੀ ਆ। ਭਗਤ ਰਵਿਦਾਸ ਜੀ ਕਹਿਣ ਲੱਗੇ, ਮੇਰੇ ਕੰਮੋਂ ਤਾਂ ਇਹ ਵੀ ਗਈ, ਤੁਸੀਂ ਆਪਣਾ ਪਾਰਸ ਲੈ ਜਾਓ। ਮੋੜ ਦਿੱਤਾ। ਸਮਾਂ ਆਪਣੀ ਚਾਲ ਚੱਲਿਆ। ਅਕਾਲ ਪੁਰਖ ਪਰਮੇਸ਼ਰ ਨੇ ਫਿਰ ਰੂਪ ਧਾਰਨ ਕੀਤਾ, ਮਹਾਤਮਾ ਦਾ ਰੂਪ ਧਾਰਨ ਕਰਕੇ ਆ ਗਏ ਤੇ ਕਹਿਣ ਲੱਗੇ, ਤੈਨੂੰ ਜੋ ਕੁਝ ਚਾਹੀਦਾ ਰਵਿਦਾਸ ਮੈਂ ਤੁਹਾਨੂੰ ਦੇਵਾਂਗਾ, ਮੂੰਹੋਂ ਮੰਗ। ਭਗਤ ਰਵਿਦਾਸ ਜੀ ਕਹਿਣ ਲੱਗੇ, ਮੈਨੂੰ ਕੁਛ ਨਹੀਂ ਚਾਹੀਦਾ, ਬਸ ਅਕਾਲ ਪੁਰਖ ਦੀ ਬੰਦਗੀ ਚਾਹੀਦੀ ਹੈ, ਸਿਮਰਨ। ਤਾਂ ਭਗਤ ਰਵਿਦਾਸ ਜੀ ਠਾਕੁਰਾਂ ਦੀ ਪੂਜਾ ਕਰਿਆ ਕਰਦੇ, ਜਿੱਥੇ ਬੈਠ ਕੇ ਨਾਮ ਜਪਦੇ ਉੱਥੇ ਮੋਹਰਾਂ ਪਈਆਂ। ਭਗਤ ਰਵਿਦਾਸ ਜੀ ਨੇ ਦੇਖਿਆ ਕਿ ਮੋਹਰਾਂ ਪਈਆਂ ਨੇ, ਤਾਂ ਠਾਕੁਰਾਂ ਦੀ ਪੂਜਾ ਕਰਨੀ ਛੱਡ ਦਿੱਤੀ। ਕਹਿੰਦੇ ਇੱਥੇ ਵੀ ਮਾਇਆ ਦੀ ਖੇਡ ਵਰਤਾ ਦਿੱਤੀ ਪਰਮਾਤਮਾ ਨੇ, ਠਾਕੁਰਾਂ ਦੀ ਪੂਜਾ ਬੰਦ ਕਰ ਦਿੱਤੀ। ਅਕਾਲ ਪੁਰਖ ਪਰਮੇਸ਼ਰ ਭਗਵਾਨ ਸੁਪਨੇ ਚ ਆਏ, ਆ ਕੇ ਕਹਿਣ ਲੱਗੇ, ਰਵਿਦਾਸ ਦੁਨੀਆ ਸੰਸਾਰ ਕਹਿੰਦਾ ਕਿ ਪਰਮਾਤਮਾ ਦਾ ਜਿਹੜਾ ਭਗਤ ਹੈ ਉਹ ਗਰੀਬੀ ਦੇ ਨਾਲ ਘੁਲ ਰਿਹਾ ਹੈ, ਤੇ ਤੂੰ ਮੋਹਰਾਂ ਲੈ ਲਿਆ ਕਰ, ਲੰਗਰ ਲਾ ਦੇ, ਵਸਤਰ ਆਦਿਕ ਦੇ ਦਿਆ ਕਰ, ਮੈਥੋਂ ਤੇਰੀ ਗਰੀਬੀ ਝੱਲੀ ਨਹੀਂ, ਦੇਖੀ ਨਹੀਂ ਜਾਂਦੀ ਹੈ। ਕਿਉਂਕਿ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਭਗਤਾਂ ਨੂੰ ਪਿਆਰ ਕਰਦਾ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਆ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪਰਮਾਤਮਾ ਅਕਾਲ ਪੁਰਖ ਆਪਣੇ ਪਿਆਰਿਆਂ ਦੇ ਵਸ ਵਿੱਚ ਹੈ, ਕਿਉਂਕਿ ਭਗਤ ਉਸ ਨੂੰ ਆਪਣਾ ਤਾਣ ਬਲ ਸਮਝਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਹਿਲੀ ਉਦਾਸੀ ਦੇ ਦੌਰਾਨ ਕਾਂਸੀ ਬਨਾਰਸ ਦੇ ਵਿੱਚ ਜਾਂਦੇ ਆ, ਤਾਂ ਪੰਡਤ ਚਤੁਰਦਾਸ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਦੀ ਵਾਰਤਾ ਹੋਈ। ਤਾਂ ਪੰਡਤ ਚਤੁਰਦਾਸ ਨੇ ਬਹੁਤ ਸਾਰੀਆਂ ਉੱਥੇ ਗੱਲਾਂ ਕੀਤੀਆਂ। ਪੰਡਤ ਚਤੁਰਦਾਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ। ਬੜਿਆ ਪੜ੍ਹਿਆ ਲਿਖਿਆ ਸੀ ਪੰਡਤ ਚਤੁਰਦਾਸ, ਤੇ ਹੰਕਾਰ ਵੀ ਸੀ ਵਿਦਿਆ ਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਤ ਚਤੁਰਦਾਸ ਜਿਹੜੇ ਆਲਮ ਫਾਜ਼ਲ ਲੋਕ ਹੁੰਦੇ ਹਨ ਉਹਨਾਂ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਤੇ ਤੂੰ ਹੰਕਾਰ ਨਾ ਕਰ। ਵਿਦਵਾਨਾਂ ਦੇ ਕੋਲ ਹਲੀਮੀ ਹੁੰਦੀ ਹੈ, ਨਿਮਰਤਾ ਹੁੰਦੀ ਹੈ, ਪਰ ਤੂੰ ਤਾਂ ਹੰਕਾਰ ਦੇ ਨਾਲ ਭਰਿਆ ਹੋਇਆ। ਪੰਡਤ ਚਤੁਰਦਾਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਗਿਆਨ ਰਸਤਾ ਹੈ, ਮੰਜ਼ਿਲ ਨਹੀਂ ਹੈ। ਸਾਈਨ ਬੋਰਡ ਲੱਗਿਆ, ਇੱਥੋਂ ਪੰਜਾਬ ਜਾਣਾ 200 ਕਿਲੋਮੀਟਰ ਲਿਖਿਆ। ਜੇਕਰ ਮੀਲ ਪੱਥਰ ਨੂੰ, ਸਾਈਨ ਬੋਰਡ ਨੂੰ ਫੜ ਕੇ ਤੁਸੀਂ ਖੜ ਜਾਓ, ਪੜ੍ਹੀ ਜਾਓ, ਤਾਂ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਇਸੇ ਤਰ੍ਹਾਂ ਗ੍ਰੰਥ ਪੜ੍ਹਨੇ, ਵਿਦਿਆ ਪੜ੍ਹਨੀ, ਇਹ ਗਿਆਨ ਹਾਸਲ ਕਰਨਾ ਹੈ ਤੇ ਮੰਜ਼ਿਲ ਨਹੀਂ ਹੈ। ਪੰਡਤ ਚਤੁਰਦਾਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ। ਬਚਨ ਕਰਦਿਆਂ ਕਰਦਿਆਂ ਪੰਡਤ ਚਤੁਰਦਾਸ ਕਹਿਣ ਲੱਗੇ, ਮਹਾਰਾਜ ਪਰਗਣੇ ਦੇ ਅੰਦਰ 2 ਸੂਦਰ ਭਗਤ ਰਹਿੰਦੇ ਆ,
ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪੰਡਤ ਜੀ ਭਗਤ ਕਦੇ ਸੁਧਰ ਨਹੀਂ ਹੁੰਦਾ, ਭਗਤ ਤਾਂ ਪ੍ਰਮਾਤਮਾ ਦਾ ਸੱਚਾ ਪੁੱਤਰ ਹੁੰਦਾ। ਭਗਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਾਸ ਹੈ, ਤੇ ਜੇਕਰ ਭਗਤ ਦੀ ਨਿੰਦਿਆ ਕਰ ਦਈਏ ਤਾਂ ਪ੍ਰਮਾਤਮਾ ਦੀ ਨਿੰਦਿਆ ਕਰ ਦਿੱਤੀ। ਪੰਡਤ ਚਤਰਦਾਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਪੰਡਤ ਚਤਰਦਾਸ ਨੇ ਰਸਤਾ ਦੱਸ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦੇ ਸਮੇਤ ਭਗਤ ਕਬੀਰ ਸਾਹਿਬ ਦੇ ਘਰ ਗਏ, ਜਿੱਥੇ ਜਾ ਕੇ ਦੇਖਿਆ ਭਗਤ ਕਬੀਰ ਸਾਹਿਬ ਦੀ ਉਹ ਛਪਰੀ ਛੰਨ, ਜਿੱਥੇ ਅਕਾਲ ਪੁਰਖ ਦੀ ਬੰਦਗੀ ਹੋ ਰਹੀ ਹੈ। ਬੜਾ ਰਮਣੀਕ ਜਿਹਾ ਮਾਹੌਲ ਹੈ, ਕਿਉਂਕਿ ਜਿੱਥੇ ਰੱਬ ਦੇ ਪਿਆਰੇ ਵਸਦੇ ਹੁੰਦੇ ਹਨ ਉਹ ਨਗਰ, ਉਹ ਥਾਂ ਬੈਕੁੰਠ ਬਣ ਜਾਂਦਾ ਹੈ। ਉਹ ਬੈਕੁੰਠ ਨਗਰ ਜਿੱਥੇ ਸਾਧੂਆਂ ਦਾ ਵਾਸਾ, 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 ਜਿੱਥੇ ਸਾਧੂਆਂ ਦਾ ਜੀ ਗਏ। ਭਗਤ ਕਬੀਰ ਸਾਹਿਬ ਗੁਣ ਗੁਣਾ ਰਹੇ ਹੈ ਤੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਬਾਹਰ ਖੜ ਗਏ। ਛਪਰੀ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਆ ਰਹੀ ਹੈ। ਥੋੜੇ ਸਮੇਂ ਬਾਅਦ ਭਗਤ ਕਬੀਰ ਸਾਹਿਬ ਜੀ ਬਾਹਰ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੰਦਰ ਲੈ ਕੇ ਗਏ, ਦਰੀ ਦੇ ਉੱਪਰ ਬਿਠਾਇਆ। ਜਦੋਂ ਦਰੀ ਦੇ ਉੱਪਰ ਬਿਠਾਇਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ, ਦਰੀ ਬੜੀ ਸੋਹਣੀ ਬਣੀ ਆ। ਤਾਂ ਭਗਤ ਕਬੀਰ ਸਾਹਿਬ ਕਹਿਣ ਲੱਗੇ, ਭਾਈ ਮਰਦਾਨਾ ਜੀ ਨੂੰ, ਇਹ ਤੁਹਾਡੇ ਵਰਗੇ ਰੱਬ ਦੇ ਪਿਆਰਿਆਂ ਵਾਸਤੇ ਬੈਠਣ ਵਾਸਤੇ ਅਕਾਲ ਪੁਰਖ ਨੇ ਮੈਥੋਂ ਬਣਵਾਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਰਾਤ ਭਗਤ ਕਬੀਰ ਸਾਹਿਬ ਦੇ ਘਰ ਰਹੇ, ਕਿਉਂਕਿ ਆਪਣਾ ਸਮਾਂ ਹੋ ਗਿਆ, 1 ਵਜੇ ਤੱਕ ਸਮਾਂ ਸੀ। ਮੈਂ 5 ਮਿੰਟਾਂ ਦੀ ਸਮਾਪਤੀ ਕਰਦਾ। ਇੱਕ ਰਾਤ ਭਗਤ ਕਬੀਰ ਸਾਹਿਬ ਦੇ ਘਰ ਰਹੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਨੂੰ ਕਹਿਣ ਲੱਗੇ, ਭਗਤ ਜੀ
मैं भगत रविदास जी नूं मिलना चाहुंदा। गुरु नानक साहिब महाराज नूं भगत कबीर साहब कहण लगे, महाराज कल नूं सवखते आपां चलांगे। भगत कबीर साहिब जी गुरु नानक देव महाराज सच्चे पातशाह नूं लै के भगत रविदास जी दे नगर पंडूर पहुंचते आ। दुपहर दा समय, निम दा दरख्त है ते भगत रविदास जी मंजे दे उपर पए ने। 100 साल दी लगभग उस समय उम्र सी। सिर दे उपर चिट्टी दस्तार सजाई हुई ते मोतियां वांग चिट्टा चमकदा दाड़ा भगत रविदास जी दा। भगत कबीर साहिब जी ने जाके चरना ते नमस्कार कीती। भगत रविदास जी कूदम उठे ते कहण लगे, भगत जी ये नहीं करना, तुसी भगत हो, मेरे पैरीं हथ ला रहे हो। तां भगत कबीर साहिब कहण लगे, तुसी वड्डे हो, बजुर्ग हो, तां करके तुहाडे चरनां ते नमस्कार कीती है। ते भगत कबीर साहिब कहण लगे, भगत जी मैं कल्ला नहीं आया, 2 अगम्मी रूहां मेरे नाल आईयां हन। भाई मरदाना धन गुरु नानक देव महाराज ਜਦੋਂ ਉੱਠੇ, ਭਗਤ ਰਵਿਦਾਸ ਜੀ ਨੇ ਦਰਸ਼ਨ ਕੀਤੇ, ਨਮਸਕਾਰ ਕਰਨ ਲੱਗੇ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਫੜ ਲਿਆ ਔਰ ਘੁੱਟ ਕੇ ਗਲੇ ਦੇ ਨਾਲ ਲਾਇਆ। ਤਾਂ ਭਗਤ ਰਵਿਦਾਸ ਜੀ ਬਚਨ ਕਰਦੇ ਸਨ ਕਿ ਕਈ ਦਿਨਾਂ ਤੋਂ ਮੈਨੂੰ ਅਹਿਸਾਸ ਹੋ ਰਿਹਾ ਸੀ ਕੋਈ ਰੱਬੀ ਰੂਹ, ਕੋਈ ਅਕਾਲ ਪੁਰਖ ਦਾ ਪਿਆਰਾ ਉਹ ਆ ਰਿਹਾ। ਤਾਂ ਦੁਪਹਿਰ ਦਾ ਸਮਾਂ ਧੰਨ ਗੁਰੂ ਨਾਨਕ ਸਾਹਿਬ ਤੇ ਭਗਤ ਕਬੀਰ ਸਾਹਿਬ ਬੈਠਦੇ ਨੇ। ਤਾਂ ਭਗਤ ਕਬੀਰ ਸਾਹਿਬ ਭਗਤ ਰਵਿਦਾਸ ਜੀ ਨੂੰ ਕਹਿਣ ਲੱਗੇ, ਭਗਤ ਜੀ ਕੁਛ ਆਪਣੇ ਬੋਲ ਬਚਨ ਸੁਣਾਓ। ਤਾਂ ਭਗਤ ਰਵਿਦਾਸ ਜੀ ਨੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਉੱਥੇ ਪੜਿਆ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। ਪਰ ਇੱਕ ਸ਼ਬਦ ਭਗਤ ਕਬੀਰ ਸਾਹਿਬ, ਇੱਕ ਸ਼ਬਦ ਭਗਤ ਰਵਿਦਾਸ ਜੀ ਗਾਉਂਦੇ। ਪਤਾ ਨਹੀਂ ਚੱਲਿਆ ਕਿ ਕਦੋਂ ਜਿਹੜਾ ਦਿਨ ਸੀ ਉਹ ਲੰਘ ਗਿਆ, ਸ਼ਾਮ ਹੋਈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਲ ਪਾਣੀ ਛਕਾਇਆ। ਇੱਕ ਰਾਤ ਭਗਤ ਰਵਿਦਾਸ ਜੀ ਦੇ ਘਰ ਰਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਤੇ ਸਵੇਰ ਵੇਲੇ ਵਿਦਾਇਗੀ ਲੈ ਕੇ ਤੁਰਦੇ ਭਗਤ ਜੀ ਤੋਂ। ਤਾਂ ਤੁਰਨ ਤੋਂ ਪਹਿਲਾਂ ਮਹਾਰਾਜ ਨੇ ਬਚਨ ਕੀਤੇ, ਭਗਤ ਜੀ ਆਪਣੇ ਬਚਨ ਬੋਲ ਬਾਣੀ ਜੋ ਉਚਾਰਨ ਕੀਤੀ ਹੈ ਸਾਨੂੰ ਦਿਓ। ਤਾਂ ਭਗਤ ਰਵਿਦਾਸ ਜੀ ਵਿਦਾਇਗੀ ਦਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਲੱਗੇ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਬਾਬਾ ਜੀ ਤੁਸੀਂ ਨਮਸਕਾਰ ਨਾ ਕਰੋ। ਤਾਂ ਭਗਤ ਰਵਿਦਾਸ ਜੀ ਕਹਿਣ ਲੱਗਿਆ, ਗੁਰੂ ਨਾਨਕ ਸਾਹਿਬ ਮੈਂ ਤੁਹਾਨੂੰ ਨਮਸਕਾਰ ਨਹੀਂ ਕਰ ਰਿਹਾ, ਮੈਂ ਤੁਹਾਡੇ ਅੰਦਰ ਗੁਰੂ ਨੂੰ ਨਮਸਕਾਰ ਕਰ ਰਿਹਾ। ਤੁਸੀਂ ਗਿਆਨ ਦੇ ਭੰਡਾਰ ਹੋ, ਸਾਗਰ ਸਮੁੰਦਰ ਹੋ। ਸੂਰਜ ਤਾਂ ਦਿਨ ਸਮੇਂ ਰੋਸ਼ਨੀ ਦਿੰਦਾ ਹੈ ਤੇ ਤੁਸੀਂ ਤਾਂ ਹਰ ਸਮੇਂ ਰੋਸ਼ਨੀ ਵੰਡਦੇ ਹੋ। ਮੈਂ ਅੱਜ ਤੋਂ ਬਾਅਦ ਤੁਹਾਨੂੰ ਗੁਰੂ ਧਾਰਨ ਕੀਤਾ, ਮੈਂ ਨਗੁਰਾ ਨਹੀਂ ਜਾਵਾਂਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਬਾਬਾ ਰਵਿਦਾਸ ਜੀ ਨੂੰ ਕਹਿਣ ਲੱਗੇ, ਭਗਤ ਜੀ ਮੇਰੇ ਜਿਹੜੇ ਸਿੱਖ ਆ ਉਹ ਤੈਨੂੰ ਭਗਤ ਜੀ ਕਹਿ ਕੇ ਬੁਲਾਇਆ ਕਰਨਗੇ ਔਰ ਬਾਬਾ ਰਵਿਦਾਸ ਜੀ ਕਹਿ ਕੇ ਬੁਲਾਇਆ ਕਰਨਗੇ। ਬਚਨ ਕੀਤੇ ਗੁਰੂ ਨਾਨਕ ਸਾਹਿਬ ਜੀ ਨੇ ਔਰ ਭਗਤ ਰਵਿਦਾਸ ਜੀ ਤੋਂ ਵਿਦਾਇਗੀ ਲੈ ਕੇ ਗੁਰੂ ਨਾਨਕ ਸਾਹਿਬ ਤੁਰੇ। ਤੇ ਜਦੋਂ ਤੁਰਦੇ ਆ ਭਗਤ ਰਵਿਦਾਸ ਜੀ ਸ਼ਬਦ ਉਚਾਰਨ ਕਰਦੇ ਆ, ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਵਾਸਾ। ਬੜੇ ਪਿਆਰ ਦੇ ਵਿੱਚ ਨਿੱਘੀ ਵਿਦਾਇਗੀ ਦਿੱਤੀ। ਧੰਨ ਗੁਰੂ ਨਾਨਕ ਸਾਹਿਬ ਭਗਤ ਕਬੀਰ ਜੀ ਨੂੰ ਲੈ ਕੇ ਤੁਰੇ। ਤਾਂ ਰਾਹ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜਿਵੇਂ ਭਗਤ ਰਵਿਦਾਸ ਤੇ ਕਿਰਪਾ ਕੀਤੀ ਹੈ ਨਾ, ਉਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵਿਦਾਇਗੀ ਦਿੱਤੀ ਭਗਤ ਕਬੀਰ ਸਾਹਿਬ ਜੀ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਥੋਂ ਜਾਂਦੇ ਆ ਸਸਰਾਮ।
ਸਸਰਾਮ ਤੋਂ ਗਿਆ, ਗਿਆ ਤੋਂ ਚੰਦਰੌਲੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਪਹਿਲੀ ਉਦਾਸੀ 1507 ਈਸਵੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਗਤ ਜੀ ਦੇ ਨਾਲ ਮਿਲਾਪ ਕੀਤਾ। ਸੋ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ। ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਹੋਣ। ਸੋ ਅੱਗੇ ਹੁਣ ਸਮਾਂ ਨਹੀਂ ਆਗਿਆ ਦਿੰਦਾ। ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਉਹਨਾਂ ਨੇ ਸਮਾਂ ਲਾਉਣਾ, ਬਹੁਤ ਪਿਆਰ ਦਿੰਦੇ ਹਨ। ਸੋ ਗੁਰੂ ਸਾਹਿਬ ਕਿਰਪਾ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਸੰਤ ਬਾਬਾ ਗੁਰਪਾਲ ਸਿੰਘ ਜੀ, ਉਹਨਾਂ ਦੇ ਸਾਰੇ ਜਥੇ ਵਾਲੇ ਸਿੰਘਾਂ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਮਾਂ ਥੋੜਾ ਵੱਧ ਲੈ ਗਿਆ, ਮਾਫੀ ਚਾਹੁੰਦਾ ਹਾਂ। ਪਿਆਰ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਆਦਰਨੀय ਸੰਤ ਮਹਾਂਪੁਰਖ ਸੰਤ ਬਾਬਾ ਹਰਪ੍ਰੀਤ